हाँ जी, हुण सर आपां सैट 4 ਦੇ ਬਾਰੇ ਗੱਲ ਕਰਾਂਗੇ। सैट 4 ਦੇ ਵਿੱਚ ਸਾਡੇ ਕੋਲੇ ਅੱਖਰ ਆ ਜਾਂਦੇ ਆ ਤੱਤਾ, ੜਾੜਾ, ਡੱਡਾ, ਭੱਬਾ ਤੇ ਕੱਕਾ। ਇਹਦੇ ਵਿੱਚ ਕੀ ਹੈਗਾ ਵੀ ਇਸ ਅੱਖਰ ਦੇ ਵਿੱਚ ਥੋੜਾ ਜਿਹਾ ਅੱਖਰ ਦੇ ਬੈਲੈਂਸ ਨੂੰ ਦੇਖਣਾ ਹੁੰਦਾ ਵੀ ਆਹ ਦੋਵੇਂ ਗੁਲਾਈਆਂ ਇੱਕ ਹੀ ਸੇਧ ਦੇ ਵਿੱਚ ਹੁੰਦੀਆਂ, ਆਹ ਪੁਆਇੰਟ ਇੱਕ ਹੀ ਸੇਧ ਦੇ ਵਿੱਚ ਹੁੰਦੇ ਆ। ਸਿਮੀਲਰਲੀ ਰਾੜੇ ਦੇ ਵਿੱਚ ਵੀ, ਇਹਦੇ ਵਿੱਚ ਵੀ, ਡੱਡੇ ਦੇ ਵਿੱਚ ਵੀ ਆਹ ਪੁਆਇੰਟ ਇੱਕ ਸੇਧ ਦੇ ਵਿੱਚ, ਆਹ ਪੁਆਇੰਟ ਇੱਕ ਸੇਧ ਦੇ ਵਿੱਚ। ਇਹ ਸਾਰੇ ਅੱਖਰਾਂ ਦੇ ਵਿੱਚ ਇਹ ਪੁਆਇੰਟ ਆ ਜਿਹੜੇ ਇੱਕ ਹੀ ਸੇਧ ਦੇ ਵਿੱਚ ਆਉਂਦੇ। ਕੱਕੇ ਦੇ ਵਿੱਚ ਆਹ ਪੁਆਇੰਟ ਇੱਕ ਹੀ ਸੇਧ ਦੇ ਵਿੱਚ ਆਉਂਦੇ ਆ। ਸੋ ਮੇਰੀ ਅਧਿਆਪਕ ਸਾਥੀਆਂ ਨੂੰ ਇਹ ਬੇਨਤੀ ਹੈ ਵੀ ਬੱਚੇ ਨੂੰ ਸਿਖਾਉਂਦੇ ਹੋਏ ਕੁਦਰਤ ਦਾ ਇੱਕ ਸਿੰਪਲ ਜਿਹਾ ਨਿਯਮ ਹੈਗਾ ਵੀ ਜੀਵਨ ਦੇ ਵਿੱਚ ਅਸੀਂ ਜਿਹੜੀ ਵੀ ਚੀਜ਼ ਵੰਡਦੇ ਹਾਂ ਉਹ ਸਾਡੇ ਜੀਵਨ ਦੇ ਵਿੱਚ ਵੱਧ ਜਾਂਦੀ ਹੈ, ਭਾਵੇਂ ਉਹ ਸਾਡੀ ਚੰਗਿਆਈ ਹੋਵੇ ਜਾਂ ਬੁਰਾਈ ਹੋਵੇ। ਤਾਂ ਸਾਡੀ ਇਹ ਨਿਯਮ ਹੈ ਜਿਹੜੇ ਸਾਡੇ ਮੰਨਣ ਜਾਂ ਨਾ ਮੰਨਣ ਦੇ ਉੱਤੇ ਨਿਰਭਰ ਨਹੀਂ ਕਰਦੇ, ਇਹ ਤਾਂ ਲਾਗੂ ਹੀ ਹੈਗੇ ਆ। ਜੇਕਰ ਅਸੀਂ ਇਹ ਰਾਈਟਿੰਗ ਦੇ ਟਿਪਸ ਵੀ ਬੱਚਿਆਂ ਨੂੰ ਵੰਡਾਂਗੇ ਤਾਂ ਉਹ ਵੰਡਦੇ ਆਟੋਮੈਟਿਕਲੀ ਸਾਡੀ ਲਿਖਾਈ ਦੇ ਵਿੱਚ ਵੀ ਹੈਰਾਨੀਜਨਕ ਤਬਦੀਲੀ ਆ ਜਿਹੜੀ ਆਉਣੀ ਸ਼ੁਰੂ ਹੋ ਜੂਗੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਚੌਥੇ ਸੈੱਟ ਦੇ ਅੱਖਰ ਤੱਤਾ ਦੀ, ਪਹਿਲੇ ਅੱਖਰ ਤੱਤਾ ਦੀ। ਹਾਂਜੀ, ਆਹ ਪਹਿਲਾ ਸਟੈਪ ਅਸੀਂ ਲੈ ਲਿਆ ਜੀ। ਪਹਿਲਾ ਸਟੈਪ ਰੇਖਾ ਬਣਾ ਲਈ। ਉਹਦੇ ਤੋਂ ਬਾਅਦ ਦੇ ਵਿੱਚ ਇੱਧਰੋਂ ਥੋੜ੍ਹੀ ਜਿਹੀ ਜਗ੍ਹਾ ਛੱਡਦੇ ਹੋਏ ਇੱਥੋਂ ਗੋਲਾਈ ਦਿੰਦੇ ਹੋਏ ਇੱਥੇ ਆਏ ਜੀ। ਜਿੰਨੀ ਅੱਖਰ ਦੀ ਅੰਦਾਜ਼ੇ ਨਾਲ ਅਸੀਂ ਚੌੜਾਈ ਰੱਖਣੀ ਹੁੰਦੀ ਹੈ, ਇੱਥੋਂ ਫਿਰ ਇੱਥੇ ਇਹਦੇ ਵਿੱਚ ਗੋਲਾਈ ਦਾ ਹੀ ਵਿਸ਼ੇਸ਼, ਇੱਥੋਂ ਜੋ ਟਰੈਕ ਬਦਲ ਜਾਣਾ ਇਹਦਾ, ਤਾਂ ਗੋਲਾਈ ਦਾ ਹੀ ਵਿਸ਼ੇਸ਼ ਧਿਆਨ ਇਹਦੇ ਵਿੱਚ ਅਸੀਂ ਰੱਖਣਾ ਹੁੰਦਾ ਆ। ਆਹ ਗੋਲਾਈਆਂ ਇੱਕ ਹੀ ਸੇਧ ਦੇ ਵਿੱਚ, ਆਹ ਪੁਆਇੰਟ ਇੱਕ ਹੀ ਸੇਧ ਦੇ ਵਿੱਚ, ਆਹ ਗੋਲਾਈ ਦੇ ਵਿੱਚ ਹੀ ਹੁੰਦਾ। ਇਸ ਚੀਜ਼ ਦਾ ਵਿਸ਼ੇਸ਼ ਧਿਆਨ ਰੱਖਣਾ। ਅੱਖਰ ਤੱਤਾ ਆਹ ਸੈਂਟਰ ਦੇ ਵਿੱਚ 50% ਦੇ ਉੱਤੇ ਲਾਈਨ ਲੈ ਕੇ ਆਣੀ ਹੈ ਜੀ। ਇਹਦੇ ਤੋਂ ਬਾਅਦ ਦੇ ਵਿੱਚ ਚੌਥੇ ਸੈੱਟ ਦੇ ਦੂਜੇ ਅੱਖਰ ਦੀ ਆਪਾਂ ਗੱਲ ਕਰਦੇ ਹਾਂ, ਅੱਖਰ ੜਾੜਾ ਦੀ ਜੀ। ੜਾੜਾ ਅੱਖਰ ਦੇ ਵਿੱਚ ਆਹ ਸੈਂਟਰ ਲਾਈਨ ਜਿਹੜੀ ਸ਼ੋਅ ਕਰ ਰਹੀ ਹੈ ਵੀ ਆਹ ਪਹਿਲੀ ਪੁਆਇੰਟ ਇਹਦੇ ਤੋਂ ਉੱਪਰ ਹੁੰਦਾ, ਮਤਲਬ ਤੱਤੇ ਦੀ ਬਣਤਰ ਥੋੜ੍ਹੀ ਜੀ ਛੋਟੀ ਕਰਨੀ ਆ। ਬਾਕੀ ਆਪਾਂ ਗੱਲ ਕਰਦੇ ਹਾਂ ਆਹ ਲੈਗਸ ਦਾ ਦੋਵਾਂ ਦਾ ਝੁਕਾਅ ਪਰਲੇ ਪਾਸੇ ਨੂੰ ਹੁੰਦਾ ਆ, ਜਿਵੇਂ ਇਹ ਅੱਖਰ ਦੌੜਿਆ ਜਾਂਦਾ ਹੋਵੇ। ਆਪਾਂ ਬੋਰਡ ਦੇ ਉੱਤੇ ਗੱਲ ਕਰਦੇ ਹਾਂ ਜੀ ਇਹ ਅੱਖਰ ਕਿਸ ਤਰ੍ਹਾਂ ਬਣੂਗਾ। ਆਹ ਆਪਾਂ ਲੇਟਵੇਂ ਦਾ ਲਾਈਨ ਲਾ ਲਈ ਜੀ ਉੱਪਰਲੇ ਪਾਸੇ। ਫਿਰ ਤੱਤੇ ਵਾਂਗੂ ਹੀ ਗੋਲਾਈ ਦਿੰਦੇ ਹੋਏ ਇੱਥੋਂ ਤੱਕ ਆ ਗਏ। ਇੱਥੇ ਸਾਡਾ ਕੀ ਫਰਕ ਆ ਵੀ 50% ਤੇ ਨਹੀਂ ਲੈ ਕੇ ਆਏ, ਤੱਤੇ ਨੂੰ ਅਸੀਂ 50% ਤੇ ਲੈ ਕੇ ਆਏ ਸੀ, ੜਾੜੇ ਨੂੰ 50% ਤੇ ਨਹੀਂ, ਮਾਮੂਲੀ ਜਿਹਾ ਉੱਪਰ ਲਗਭਗ 40% ਦੇ ਉੱਤੇ। ਇੱਥੋਂ ਫਿਰ ਇੱਥੋਂ ਇਸ ਬਿੰਦੂ ਤੋਂ ਥੋੜ੍ਹੇ ਜਿਹਾ ਉਰਾਂ ਹੀ ਟਰੈਕ ਬਦਲਾਂਗੇ। ਟਰੈਕ ਬਦਲਦੇ ਹੋਏ ਗੋਲਾਈ ਦਿੰਦੇ ਹੋਏ ਆਹ ਗੋਲਾਈ ਦੇ ਦਿੱਤੀ ਜੀ। ਇੱਥੋਂ ਤੱਕ ਅਸੀਂ ਤੱਤਾ ਹੀ ਬਣਾ ਲਿਆ। ਇੱਥੋਂ ਇੱਥੇ ਕੋਈ ਅੱਖ ਨਹੀਂ ਬਣਾਉਣੀ, ਬਸ ਸੇਮ ਹੀ ਆਹ ਰੇਖਾ ਜਿਹੜੀ ਹੈ ਬਾਹਰ ਨੂੰ ਖਿੱਚ ਦੇਣੀ ਥੋੜ੍ਹੀ ਜਿਹੀ ਟੇਢੀ, ਤੇ ਇੱਥੇ ਲਗਭਗ ਪਿੱਛੇ ਜਾ ਕੇ ਆਹ ਵੀ ਰੇਖਾ ਇਸ ਤਰ੍ਹਾਂ ਖਿੱਚ ਦੇਣੀ, ਜਿਵੇਂ ਇਹਦੀਆਂ ਦੋਵੇਂ ਆਹ ਲੈਗਸ ਆ ਪਰਲੇ ਪਾਸੇ ਨੂੰ ਝੁਕਾਅ ਹੁੰਦਾ ਆ, ਜਿਵੇਂ ਇਹ ਅੱਖਰ ਦੌੜਿਆ ਜਾਂਦਾ ਹੋਵੇ। ਉਹਦੇ ਤੋਂ ਬਾਅਦ ਦੇ ਵਿੱਚ ਸੈੱਟ 4 ਦੇ ਉਦੋਂ ਅਗਲੇ ਅੱਖਰ ਦੀ ਆਪਾਂ ਗੱਲ ਕਰਦੇ ਹਾਂ ਜੀ, ਅੱਖਰ ਡੱਡਾ ਦੀ। ਡੱਡੇ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਜੀ, ਆਹ ਪਹਿਲਾ ਸਟੈਪ। ਦੂਜੇ ਸਟੈਪ ਦੇ ਵਿੱਚ ਆਹੀ ੜਾੜੇ ਵਾਂਗੂ ਹੀ ਆਹ ਪੁਆਇੰਟ ਆ ਜਿਹੜਾ ਉੱਪਰਲੇ ਪਾਸੇ ਰੱਖਾਂਗੇ 40% ਦੇ ਉੱਤੇ, ਕਿਉਂਕਿ ਡੱਡੇ ਦੇ ਹੇਠਲੇ ਪਾਸੇ ਜਿਹੜੀ 0 ਆ ਉਹ ਵੱਡੀ ਬਣਦੀ ਆ, ਅੱਖ ਵੱਡੀ ਬਣਦੀ ਆ। ਤਾਂ ਗੱਲ ਕਰਦੇ ਹਾਂ ਜੀ ਅੱਖਰ ਡੱਡਾ ਦੀ। ਆਹ ਪਹਿਲਾ ਸਟੈਪ ਜੀ, ਅਸੀਂ ਲੇਟਵੇਂ ਦਾ ਰੇਖਾ ਲਾ ਲਈ। ਉਹਦੇ ਤੋਂ ਬਾਅਦ ਦੇ ਵਿੱਚ ਆਹ ੜਾੜੇ ਵਾਲਾ ਸਟੈਪ ਹੀ ਜੀ, ਬਸ ਇਹਦਾ ਸਟੈਪ ਅੱਗੇ ਜਾ ਕੇ ਚੇਂਜ ਹੋ ਜਾਂਦਾ ਆ। ਇੱਥੋਂ ਸੇਮ ਟਰੈਕ ਦੇ ਉੱਤੇ ਵਾਪਸ ਜਾਂਦੇ ਹੋਏ ਇਸ ਬਿੰਦੂ ਤੋਂ ਟਰੈਕ ਬਦਲਾਂਗੇ। ਇਹਦੇ ਵਿੱਚ ਬਸ ਗੋਲਾਈਆਂ ਦਾ ਹੀ ਵਿਸ਼ੇਸ਼ ਧਿਆਨ ਰੱਖਣਾ ਹੁੰਦਾ। ਇਹ ਆਹ ਅੱਖ ਆ ਜਿਹੜੀ ਵੱਡੀ ਬਣਦੀ ਹੈ, ਇਹ ਪਿੱਛੇ ਜਾ ਕੇ ਮੇਲ ਦੇਵਾਂਗੇ। ਅੱਖਰ ਡੱਡਾ ਬਣ ਗਿਆ ਸਾਡੇ ਕੋਲੇ। ਹੁਣ ਆਪਾਂ ਇਸੇ ਸੈੱਟ ਦੇ ਅਗਲੇ ਅੱਖਰ ਦੀ ਗੱਲ ਕਰਦੇ ਹਾਂ, ਅੱਖਰ ਭੱਬਾ ਦੀ। ਭੱਬੇ ਦੇ ਵਿੱਚ ਵੀ ਵਿਸ਼ੇਸ਼ ਕਰਕੇ ਬਸ ਗੋਲਾਈ ਦਾ ਹੀ ਧਿਆਨ ਰੱਖਣਾ ਵੀ ਇਹਦੀਆਂ ਗੋਲਾਈਆਂ ਬਣਨੀਆਂ ਚਾਹੀਦੀਆਂ ਆ, ਬਾਕੀ ਅੱਖਰ ਸੌਖਾ ਹੀ ਆ। ਇਹ ਆਹ ਪਹਿਲਾ ਸਟੈਪ ਜੀ, ਅਸੀਂ ਆਹ ਰੇਖਾ ਲਵਾਂਗੇ ਲੇਟਵੇਂ ਦਾ ਰੇਖਾ। ਇਹਦੇ ਤੋਂ ਬਾਅਦ ਦੇ ਵਿੱਚ ਇੱਥੋਂ ਚੱਲੇ ਬਸ ਇਹਦੀ ਗੋਲਾਈ ਦੀ ਅੱਧ ਨਾਲੋਂ ਹੇਠਲੇ ਪਾਸੇ ਆਉਂਦੇ ਹੋਏ ਇਹਦੀ ਆ ਜਿਹੜੀ ਅੱਖ ਆ ਉਹ ਵੱਡੀ ਬਣਦੀ ਹੈ।
ਆਹ ਪੁਆਇੰਟ ਇੱਕ ਹੀ ਸੇਧ ਦੇ ਵਿੱਚ, ਆਹ ਪੁਆਇੰਟ ਆ ਜਿਹੜੇ ਇਹਦੇ ਇੱਕ ਹੀ ਸੇਧ ਦੇ ਵਿੱਚ ਹੁੰਦੇ ਆ। ਤਾਂ ਗੁਲਾਈ ਦਾ ਵਿਸ਼ੇਸ਼ ਧਿਆਨ ਰੱਖਣਾ ਇਸ ਗੱਲ ਦੇ ਵਿੱਚ। ਤਾਂ ਇਹ ਸਾਡੇ ਕੋਲੇ ਬਣ ਗਿਆ ਜੀ ਅੱਖਰ ਪੱਬਾ। ਇਹਦੇ ਤੋਂ ਬਾਅਦ ਦੇ ਵਿੱਚ ਇਦੋਂ ਅਗਲੇ ਅੱਖਰ ਦੀ ਗੱਲ ਕਰਦੇ ਹਾਂ, ਅੱਖਰ ਕੱਕਾ ਦੀ ਜੀ। ਕੱਕੇ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਆਹ ਪਹਿਲਾ ਸਟੈਪ ਜੀ। ਦੂਸਰੇ ਸਟੈਪ ਦੇ ਵਿੱਚ ਅਸੀਂ ਆ ਥੱਲੇ ਆਏ, ਇੱਥੇ ਬਿਲਕੁਲ ਥੱਲੇ ਟਾਲ ਟੱਚ ਨਹੀਂ ਕਰਾਂਗੇ। ਤੇ ਇਹਦੀ ਅੱਖ ਆ ਜਿਹੜੀ ਇਹ ਕਾਫੀ ਵੱਡੀ ਬਣਦੀ ਆ। ਅੱਖ ਦਾ ਬਹੁਤਾ ਭਾਗ ਆਧਾ ਸੈਂਟਰ ਲਾਈਨ ਤੋਂ ਹੇਠਲੇ ਪਾਸੇ ਨੂੰ, ਥੋੜਾ ਭਾਗ ਸੈਂਟਰ ਲਾਈਨ ਤੋਂ ਉੱਪਰਲੇ ਪਾਸੇ ਨੂੰ ਹੁੰਦਾ ਆ। ਇਹ ਪੁਆਇੰਟ ਵਿਸ਼ੇਸ਼ ਕਰਕੇ ਜਿਹੜੇ ਹੈਗੇ ਸਾਰੇ ਉਹ ਜਿਹੜੀ ਮੈਂ ਵਰਕ ਬੁੱਕ ਬਣਾਈ ਹੋਈ ਆ ਉਹਦੇ ਵਿੱਚ ਕਲੀਅਰ ਕੀਤੇ ਹੋਏ ਆ। ਤੇ ਵਰਕ ਬੁੱਕ ਦੇ ਵਿੱਚ ਜੇਕਰ ਤੁਹਾਨੂੰ PDF ਫਾਈਲ ਚਾਹੀਦੀ ਆ ਤਾਂ ਫੋਨ ਨੰਬਰ ਵੀ ਡਿਸਪਲੇ ਕੀਤਾ ਹੋਇਆ। ਜੇਕਰ ਤੁਸੀਂ ਇੱਥੇ ਸਿੰਪਲ ਮੈਸੇਜ ਕਰੋਗੇ ਤਾਂ ਤੁਹਾਨੂੰ ਇਹ ਲਿਖਾਈ ਸੰਬੰਧੀ ਬਣੇ ਬਣਾਏ ਨੋਟਸ ਆ ਜਿਹੜੇ ਉਹ ਵਰਕ ਬੁੱਕ ਦੀ PDF ਫਾਈਲ WhatsApp ਦੇ ਉੱਤੇ ਕਨਵੇ ਕਰ ਦਿੱਤੀ ਜਾਊਗੀ। ਹੁਣ ਆਪਾਂ ਇਸੇ ਸੈੱਟ 4 ਦੇ ਅਗਲੇ 5ਵੇਂ ਅੱਖਰ ਦੀ ਗੱਲ ਕਰਦੇ ਹਾਂ ਜੀ, ਅੱਖਰ ਕੱਕਾ ਦੀ। ਆਹ ਰੇਖਾ ਅਸੀਂ ਲੇਟਵੇਂ ਦਾ ਲਗਾ ਲਈ ਜੀ। ਇਹਦੇ ਤੋਂ ਬਾਅਦ ਦੇ ਵਿੱਚ ਇੱਥੋਂ ਪਰਲੇ ਪਾਸੇ ਤੋਂ ਗੋਲਾਈ ਦਿੰਦੇ ਹੋਏ ਇਹਦੇ ਵਿੱਚ ਵੀ ਗੋਲਾਈ ਦਾ ਹੀ ਵਿਸ਼ੇਸ਼ ਧਿਆਨ। ਤਾਂ ਇਹਦੇ ਵਿੱਚ ਗੋਲਾਈ ਦਾ ਵਿਸ਼ੇਸ਼ ਧਿਆਨ ਰੱਖਣਾ ਆ। ਆਹ ਜਿਹੜੀ ਆਹ ਅੱਖ ਵੱਡੀ ਬਣਦੀ ਆ, ਅੱਖ ਦਾ ਬਹੁਤਾ ਭਾਗ ਆ ਜਿਹੜਾ ਉਹ ਆਹ ਸੈਂਟਰ ਲਾਈਨ ਸ਼ੋ ਕਰ ਰਹੀ ਹੈ। ਸੈਂਟਰ ਲਾਈਨ ਤੋਂ ਹੇਠਲੇ ਪਾਸੇ ਨੂੰ ਹੋਊਗਾ, ਥੋੜਾ ਭਾਗ ਸੈਂਟਰ ਲਾਈਨ ਤੋਂ ਉੱਪਰਲੇ ਪਾਸੇ ਨੂੰ। ਆਹ ਰੇਖਾ ਬਿਲਕੁਲ ਥੱਲੇ ਟੱਚ ਨਹੀਂ ਕਰੂਗੀ। ਤਾਂ ਆਹ ਦੋਵੇਂ ਪੁਆਇੰਟ ਇੱਕ ਹੀ ਸੇਧ ਦੇ ਵਿੱਚ ਹੋਣਗੇ। ਇਹ ਸਾਡੇ ਕੋਲੇ ਸੈੱਟ ਆ ਜਿਹੜਾ 4 ਉਹ ਕੰਪਲੀਟ ਹੋ ਗਿਆ ਜੀ। ਸੈੱਟ 4 ਦੇ ਵਿੱਚ ਅਸੀਂ ਅੱਖਰ ਕੀਤੇ ਤੱਤਾ, ੜਾੜਾ, ਡੱਡਾ, ਪੱਬਾ ਤੇ ਕੱਕਾ। ਸੋ ਇਹ ਵੀਡੀਓ ਮੂਵੀ ਦੇਖ ਕੇ ਤੁਸੀਂ ਜੋ ਆਪਣੀ ਸੇਵਾ ਦਾ ਮੌਕਾ ਦਿੱਤਾ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।